ਗੁੱਡ ਮਾਰਨਿੰਗ ਦੋਸਤੋ, ਸਵਾਗਤ ਹੈ ਤੁਹਾਡਾ ਪੀਪੀਸੀ ਕਲਾਸਿਸ ਦੇ ਵਿੱਚ। ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਆਪਾਂ ਪੰਜਾਬ ਜੀਕੇ ਦੇ ਵਿੱਚ ਏਸ਼ੀਅਨ ਪਾਰਟ ਸ਼ੁਰੂ ਕੀਤਾ ਹੋਇਆ ਹੈ। ਤੇ ਲਾਸਟ ਕਲਾਸ ਵਿੱਚ ਆਪਾਂ ਗੱਲ ਕੀਤੀ ਸੀ ਵੈਦਿਕ ਏਜ ਬਾਰੇ, ਆਰੀਅਨਸ ਦੇ ਆਗਮਨ ਬਾਰੇ, ਆਰੀਅਨ ਭਾਰਤ ਦੇ ਵਿੱਚ ਕਿਵੇਂ ਆਏ ਤੇ ਉਹਨਾਂ ਦਾ ਪੰਜਾਬ ਦੇ ਵਿੱਚ ਕੀ ਰੋਲ ਸੀ। ਇਹ ਚੀਜ਼ਾਂ ਬਾਰੇ ਆਪਾਂ ਥੋੜੀ ਡਿਸਕਸ਼ਨ ਕੀਤੀ ਸੀ। ਤੇ ਉਸ ਤੋਂ ਬਾਅਦ ਜਦੋਂ ਆਰੀਅਨ ਦਾ ਰਾਜ ਹੋ ਰਿਹਾ ਸੀ ਤਾਂ ਉਹਨਾਂ ਦਾ ਜਿਹੜਾ ਰਾਜ, ਉਹਨਾਂ ਦਾ ਜਿਹੜਾ ਸਮਾਜ, ਸੋਸਾਇਟੀ ਸੀ, ਉਹ ਹੌਲੀ ਹੌਲੀ ਕਰਕੇ ਉਹਨਾਂ ਦੇ ਵਿੱਚ ਰਾਜ ਸਥਾਪਿਤ ਹੋਣਾ ਸ਼ੁਰੂ ਹੋ ਗਿਆ। ਆਪਣੇ ਆਪਣੇ ਏਰੀਏ ਦੇ ਅਕੋਰਡਿੰਗ ਰਾਜੇ ਰਾਜ ਕਰਨਾ ਸ਼ੁਰੂ ਕਰ ਦਿੱਤਾ। ਤੇ ਉਹਨਾਂ ਦੇ ਵਿੱਚੋਂ ਜੇਕਰ ਆਪਾਂ ਪੜ੍ਹ ਕੇ ਦੇਖਦੇ ਹਾਂ ਹਿਸਟਰੀ, ਇੱਕ ਮਗਧ ਹੈ ਜਿਹੜਾ ਉੱਭਰ ਕੇ ਸਭ ਤੋਂ ਜ਼ਿਆਦਾ ਸਾਹਮਣੇ ਆਉਂਦਾ ਹੈ। ਉਹ ਕਹਿ ਲਓ ਆਪਣੀ ਤਾਕਤ ਕਰਕੇ ਜਾਂ ਆਪਣੀ ਪਾਵਰ ਕਰਕੇ ਸਾਹਮਣੇ ਆਇਆ। ਤੇ ਮਗਧ ਦਾ ਇਲਾਕਾ ਜੇ ਦੇਖੀਏ ਉਹ ਹੈ ਯੂਪੀ ਤੇ ਬਿਹਾਰ ਵਾਲਾ ਇਲਾਕਾ। ਲੇਕਿਨ ਅੱਜ ਆਪਾਂ ਮਗਧ ਦੀ ਗੱਲ ਨਹੀਂ ਕਰਾਂਗੇ, ਅੱਜ ਆਪਾਂ ਦੇਖਾਂਗੇ ਪੰਜਾਬ ਦੇ ਏਰੀਏ ਦੀ, ਜੋ ਕਿ ਆਪਾਂ ਪਿਛਲੀ ਕਲਾਸ ਦੇ ਵਿੱਚ ਗੱਲ ਕੀਤੀ ਸੀ। ਜਿਵੇਂ ਕੁਨਿੰਦਾਸ ਤੇ ਮਾਲਾਵਾਸ ਦਾ ਇਲਾਕਾ ਸਾਰਾ, ਇਹ ਸਾਰਾ ਪੰਜਾਬ ਦੇ ਸਿੰਧ ਦੇ ਏਰੀਏ ਦਾ ਇਲਾਕਾ ਹੈ। ਇਸ ਦੇ ਵਿੱਚ ਕੀ ਹੋਇਆ, ਵਿਦੇਸ਼ ਦੇ ਕੁਝ ਨੌਜਵਾਨ ਮੁੰਡੇ, ਯੰਗ ਮੁੰਡੇ ਸੋਚ ਰਹੇ ਨੇ ਇੰਡੀਆ ਦੇ ਅਟੈਕ ਕਰਨ ਵਾਸਤੇ ਟਾਰਗੇਟ ਬਣਾ ਰਹੇ ਨੇ, ਕਿਉਂਕਿ ਇੰਡੀਆ ਜਿਹੜਾ ਬਹੁਤ ਹੀ ਉਪਜਾਊ ਇਲਾਕਾ ਹੈ। ਤੇ ਇਹਦੇ ਵਿੱਚ ਕਹਿ ਸਕਦੇ ਆਪਾਂ ਸਿੰਧ ਦਾ ਇਲਾਕਾ, ਪੰਜਾਬ ਦਾ ਇਲਾਕਾ ਪਹਿਲਾ ਟਾਰਗੇਟ ਹੋਏਗਾ ਇਹਨਾਂ ਦਾ। ਬਹੁਤ ਅਮੀਰ ਇਲਾਕਾ ਹੈ। ਤੇ ਆਪਣੇ ਉੱਤੇ ਜਿਹੜੇ ਮੇਨਲੀ 2 ਅਟੈਕ ਹੋਏ ਨੇ ਹੁਣ ਤੱਕ ਦੇ, 2 ਅਟੈਕ ਮੰਨੇ ਗਏ ਨੇ ਮੇਨਲੀ। ਇੱਕ ਮੰਨਿਆ ਜਾਂਦਾ ਆਪਣੇ ਈਰਾਨ ਦਾ ਅਟੈਕ, ਦੂਜਾ ਯੂਨਾਨੀ ਅਟੈਕ। ਜੇ ਦੋਵਾਂ ਵਿੱਚੋਂ ਗੱਲ ਕਰੀਏ, ਈਰਾਨੀ ਅਟੈਕ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਆਉਂਦਾ ਜਿਹਦਾ ਨਾਮ ਹੈ ਦਾਰਾ ਫਸਟ ਨਾਮ ਨਾਲ ਜਾਣਿਆ ਜਾਂਦਾ ਹੈ। ਤੇ ਇਹਨੂੰ ਕਿਹਾ ਵੀ ਜਾਂਦਾ ਡੇਰੀਅਸ ਫਸਟ ਵੀ ਕਹਿੰਦੇ ਨੇ ਇਹਨੂੰ। ਡੇਰੀਅਸ ਫਸਟ, ਇਸ ਬਾਰੇ ਆਪਾਂ ਨੂੰ ਪਤਾ ਕਿਵੇਂ ਲੱਗਾ? ਇੱਕ ਬੁੱਕ ਹੈ ਹਿਸਟਰੀ ਦੀ ਜਿਹਦਾ ਨਾਮ ਹੈ ਦਾ ਹਿਸਟੋਰੀਕਾ। ਇਹ ਹੈਰੋਡੋਟਸ ਦੀ ਲਿਖੀ ਹੋਈ ਬੁੱਕ ਹੈ, ਜਿਹਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਹੈ ਵੀ ਕਿ ਇੱਦਾਂ ਕਰਕੇ ਈਰਾਨ ਦਾ ਇੱਕ ਰਾਜਾ ਜਿਹਦਾ ਨਾਮ ਸੀ ਦਾਰਾ ਫਸਟ, ਸਿੰਧ ਦੇ ਇਲਾਕੇ ਤੇ ਆਇਆ, ਅਟੈਕ ਕੀਤਾ ਤੇ ਜਿੱਤ ਗਿਆ। ਆਇਆ ਇਸ ਤੋਂ ਪਹਿਲਾਂ ਵੀ ਸੀ, ਲੇਕਿਨ ਇਤਿਹਾਸ ਵਿੱਚ ਨਾਮ ਸਿਰਫ ਉਹਦਾ ਹੀ ਲਿਖਿਆ ਜਾਂਦਾ ਹੈ ਜਿਹਨੇ ਜਿੱਤ ਪ੍ਰਾਪਤ ਕੀਤੀ ਹੋਏ। ਹਾਰੇ ਹੋਏ ਦਾ ਕੋਈ ਇਤਿਹਾਸ ਨਹੀਂ ਹੁੰਦਾ ਦੋਸਤੋ। ਤੇ ਉਸ ਤੋਂ ਬਾਅਦ ਕਹਿੰਦੇ ਨੇ, ਮੰਨਿਆ ਇਹ ਵੀ ਜਾਂਦਾ ਕਿ ਜਿਹੜਾ ਪੂਰੇ ਤਰੀਕੇ ਨਾਲ ਰਾਜ ਸਥਾਪਿਤ ਕੀਤਾ ਗਿਆ ਸੀ ਪੰਜਾਬ ਦੇ ਉੱਤੇ, ਉਹ ਨਾਂ ਸੀ ਗੁਸਤਾਸਪ ਨਾਂ ਦਾ ਇੱਕ ਬੰਦਾ ਸੀ ਜਿਹੜਾ ਪੰਜਾਬ ਦੇ ਉੱਤੇ ਪੂਰੀ ਤਰ੍ਹਾਂ ਰਾਜ ਕਰਕੇ ਗਿਆ। ਇਹ ਗੱਲ ਹੈ 516 BC ਦੀ। 516 ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਰਾਜ ਸੀ ਪੰਜਾਬ ਦੇ ਉੱਤੇ ਈਰਾਨ ਦਾ ਹੋ ਚੁੱਕਿਆ ਸੀ। ਤੇ ਉਸ ਤੋਂ ਬਾਅਦ ਜਿਹੜਾ ਪੰਜਾਬ ਦਾ ਏਰੀਆ, ਸਿੰਧ ਦਾ ਏਰੀਆ, ਈਰਾਨੀ ਸਮਾਜ ਦਾ, ਈਰਾਨੀ ਜਿਹੜਾ ਰਾਜ ਸੀ ਉਹਦਾ ਸਭ ਤੋਂ ਅਮੀਰ ਸੂਬਾ ਮੰਨਿਆ ਗਿਆ। ਕਿਉਂਕਿ ਆਪਣੇ ਸਿੰਧ ਦੇ ਇਲਾਕੇ ਦੇ ਉੱਤੇ ਨਦੀਆਂ ਦੇ ਹੋਣ ਕਰਕੇ ਬਹੁਤ ਉਪਜਾਊ ਮਿੱਟੀ ਸੀ। ਪੰਜਾਬ ਦਾ ਇਲਾਕਾ ਬਹੁਤ ਅਮੀਰ ਸੀ, ਇਸ ਕਰਕੇ ਸਭ ਤੋਂ ਜ਼ਿਆਦਾ ਟੈਕਸ ਜਿੰਨਾ ਈਰਾਨ ਦਾ ਟੋਟਲ ਏਰੀਆ ਸੀ ਉਹਦੇ ਨਾਲੋਂ ਵੱਧ ਟੈਕਸ ਇਹਨਾਂ ਇਕੱਲੇ ਪੰਜਾਬ 'ਚੋਂ ਹੀ ਚਲਾ ਜਾਂਦਾ ਸੀ ਈਰਾਨ ਨੂੰ। ਇਸ ਕਰਕੇ ਇਹਨਾਂ ਦਾ ਅਮੀਰ ਸੂਬਾ ਮੰਨਿਆ ਜਾਂਦਾ ਸੀ। ਤੇ ਉਸ ਤੋਂ ਬਾਅਦ ਆਪਾਂ ਦੇਖਦੇ ਨੈਕਸਟ ਯੂਨਾਨੀ। ਜੇ ਗੱਲ ਕਰੀਏ ਯੂਨਾਨੀ ਦੇ ਵਿੱਚ, ਤੇ ਇੱਕ ਸਭ ਤੋਂ ਵੱਡਾ ਨਾਮ ਆਉਂਦਾ, ਤੁਸੀਂ ਸਾਰੇ ਜਾਣਦੇ ਹੋ, ਜਿਹਦਾ ਨਾਮ ਹੈ ਸਿਕੰਦਰ ਮਹਾਨ, ਅਲੈਗਜ਼ੈਂਡਰ ਦਾ ਗ੍ਰੇਟ। ਕਹਿੰਦੇ ਆ ਵੀ ਫਾਦਰ ਦੀ ਡੈਥ ਹੋ ਗਈ ਤੇ ਫਾਦਰ ਦਾ ਸੁਪਨਾ ਸੀ ਕਿ ਪੂਰੀ ਦੁਨੀਆ ਦੇ ਉੱਤੇ ਡੰਕਾ ਵਜੇ, ਸਾਡਾ ਝੰਡਾ ਹੋਵੇ। ਤੇ ਇਹ ਗੱਲ ਹੌਲੀ ਹੌਲੀ ਬੱਚੇ ਦੇ ਮਨ ਦੇ ਵਿੱਚ ਬੈਠ ਗਈ ਕਿ ਹਾਂ, ਪਿਤਾ ਦਾ ਸੁਪਨਾ ਪੂਰਾ ਕਰਨਾ ਹੈ। 356 ਦੇ ਵਿੱਚ ਜਨਮ ਹੋਇਆ ਸਿਕੰਦਰ ਦਾ, 356 ਬਿਫੋਰ ਕ੍ਰਾਈਸਟ ਦੇ ਵਿੱਚ। ਤੇ 336 ਦੇ ਵਿੱਚ ਰਾਜਾ ਬਣ ਗਿਆ। ਸਿਰਫ 20 ਸਾਲ ਦੀ ਉਮਰ ਦੇ ਵਿੱਚ ਰਾਜਪਾਟ ਸਾਂਭਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਨ ਦੇ ਲਈ ਚੱਲ ਪਿਆ ਦੁਨੀਆ ਨੂੰ ਜਿੱਤਣ ਦੇ ਲਈ। ਤੇ ਸਭ ਤੋਂ ਪਹਿਲੇ ਨੰਬਰ ਤੇ ਆ ਕੇ ਲੜਦਾ ਹੈ ਇੱਕ ਰਸਤੇ 'ਚ ਇੱਕ ਰਾਜਾ ਹੁੰਦਾ ਜਿਹਦਾ ਨਾਮ ਸੀ ਦਾਰਾ ਥਰਡ, ਜਿਹਨੂੰ ਆਪਾਂ ਡੇਰੀਅਸ ਥਰਡ ਵੀ ਕਹਾਂਗੇ। ਹੁਣੇ ਆਪਾਂ ਗੱਲ ਕੀਤੀ ਹੈ ਦਾਰਾ ਫਸਟ ਦੀ, ਜਿਨੇ ਸਿੰਧ ਦੇ ਇਲਾਕੇ ਤੇ, ਪੰਜਾਬ ਦੇ ਇਲਾਕੇ ਤੇ ਅਟੈਕ ਕੀਤਾ ਤੇ ਜਿੱਤ ਪ੍ਰਾਪਤ ਕੀਤੀ, ਆਪਣਾ ਰਾਜ ਕੀਤਾ। ਕਾਫੀ ਮੰਨਿਆ ਹੋਇਆ ਰਾਜਾ, ਤੇ ਉਹਨਾਂ ਦੀ ਕੁੱਲ ਦੇ ਵਿੱਚੋਂ ਹੀ ਹੈ ਦਾਰਾ ਥਰਡ, ਉਹਨਾਂ ਦੀ ਫੈਮਿਲੀ ਦੇ ਵਿੱਚੋਂ ਦਾਰਾ ਥਰਡ। ਇਹਦੇ ਨਾਲ ਪੰਗਾ ਪਏਗਾ ਸਿਕੰਦਰ ਦਾ। ਸਿਕੰਦਰ ਇੱਕ ਨੌਜਵਾਨ ਜੰਗ ਮੁੰਡਾ, ਐਕਸਪੀਰੀਅੰਸ ਨਹੀਂ ਹੈਗਾ, ਲੇਕਿਨ ਦਾਰਾ ਥਰਡ ਨੂੰ ਐਕਸਪੀਰੀਅੰਸ ਵੀ ਹੈ ਤੇ ਇੱਕ ਵੱਡੀ ਸੈਨਾ। ਕਹਿੰਦੇ ਰਾਜਾ ਜਿਹੜਾ ਦਾਰਾ ਥਰਡ ਸੀਗੀ, ਇਹਦੀ ਜਿਹੜੀ ਸੈਨਾ ਸੀ ਸਿਕੰਦਰ ਦੀ ਸੈਨਾ ਨਾਲੋਂ 40 ਗੁਣਾ ਜ਼ਿਆਦਾ ਵੱਡੀ ਸੈਨਾ ਸੀ। ਜੇ ਸਿਕੰਦਰ 1000 ਬੰਦਾ ਲੈ ਕੇ ਆਇਆ ਸੀ ਤਾਂ ਦਾਰਾ ਥਰਡ ਦੇ ਕੋਲ 40,000 ਬੰਦੇ ਸੀਗੇ। ਇਹਨਾਂ ਦੇ ਵਿੱਚ ਆਪਸ ਦੇ ਵਿੱਚ ਯੁੱਧ ਹੋਇਆ। ਯੁੱਧ ਤੋਂ ਪਹਿਲਾਂ ਵੀ ਕਈ ਗੱਲਾਂ ਹੋਈਆਂ, ਜਿਵੇਂ ਕਿ ਦਾਰਾ ਥਰਡ ਨੇ ਸਿਕੰਦਰ ਨੂੰ ਕਿਹਾ ਕਿ ਤੂੰ ਵਾਪਸ ਚਲਾ ਜਾ, ਤੇਰੀ ਹਜੇ ਉਮਰ ਨਹੀਂ ਲੜਨ ਦੀ, ਤੇਰੀ ਸੈਨਾ ਮੇਰੀ ਸੈਨਾ ਸਾਹਮਣੇ ਟਿਕ ਨਹੀਂ ਸਕਦੀ।
ਤਾਂ ਸਿਕੰਦਰ ਨੇ ਜਵਾਬ ਦਿੱਤਾ ਕਿ ਮੈਂ ਲੜਾਂਗਾ ਤੇਰੇ ਨਾਲ ਹੀ, ਚਾਹੇ ਮੈਨੂੰ ਮਰਨਾ ਪਵੇ, ਚਾਹੇ ਮੇਰੀ ਕਿੰਨੀ ਵੀ ਛੋਟੀ ਕਿਉਂ ਨਾ ਸੈਨਾ ਹੋਵੇ। ਲੇਕਿਨ ਸਿਕੰਦਰ ਆਪਣੀ ਅੱਖਾਂ ਦੇ ਵਿੱਚ ਇੱਕ ਸੁਪਨਾ ਲੈ ਕੇ ਚੱਲਿਆ ਹੋਇਆ ਸੀ ਕਿ ਹਾਂ ਦੁਨੀਆ ਜਿੱਤਣੀ ਹੈ। ਸਿਕੰਦਰ ਜਿੱਤ ਦੇ ਉੱਤੇ ਸੀ ਤੇ ਇਸ ਕਰਕੇ ਸਭ ਨੂੰ ਲੱਗ ਵੀ ਰਿਹਾ ਸੀ ਕਿ ਸਿਕੰਦਰ ਹਾਰੇਗਾ ਤੇ ਮਰੇਗਾ। ਤੇ ਇਸ ਤੋਂ ਬਾਅਦ ਸਿਕੰਦਰ ਦਾ ਕੌਨਫੀਡੈਂਸ ਕਹਿ ਲਓ, ਸਿਕੰਦਰ ਦੇ ਕੌਨਫੀਡੈਂਸ ਕਰਕੇ ਯੁੱਧ ਹੋਇਆ, ਜਿਹਨੂੰ ਆਪਾਂ ਕਹਿੰਦੇ ਆ ਗੋਗੇ ਬੈਲਾ ਦਾ ਯੁੱਧ, ਗੋਗੇ ਬੈਲਾ ਦੀ ਲੜਾਈ। ਬਹੁਤ ਵਾਰ ਪੁੱਛ ਲੈਂਦੇ ਨੇ ਐਗਜ਼ਾਮ ਦੇ ਵਿੱਚ ਗੋਗੇ ਬੈਲਾ ਦੀ ਲੜਾਈ ਕਿਹਦੇ ਵਿੱਚ ਹੋਈ, ਤਾਂ ਆਪਸ਼ਨ ਵਿੱਚ ਹੁੰਦਾ ਸਿਕੰਦਰ ਤੇ ਦਾੜਾ ਥੜ ਦੇ ਵਿੱਚ ਹੋਈ ਸੀ, ਜਿਹਨੂੰ ਡੇਰੀਅਸ ਥੜ ਵੀ ਕਹਿ ਦਿੰਦੇ ਨੇ, ਇਹਨਾਂ ਦੇ ਵਿੱਚ ਹੋਈ ਸੀ। ਵਿਲ ਪਾਵਰ ਵਿੱਚ ਕਿੰਨੀ ਤਾਕਤ ਹੁੰਦੀ ਹੈ ਦੋਸਤੋ, ਆਪਾਂ ਹੁਣੇ ਦੇਖ ਹੀ ਚੁੱਕੇ ਹਾਂ। ਵਿਲ ਪਾਵਰ ਦੇ ਵਿੱਚ ਕਿੰਨੀ ਤਾਕਤ ਹੁੰਦੀ ਹੈ ਕਿ ਇੱਕ ਛੋਟੀ ਜਿਹੀ ਸੈਨਾ 40 ਗੁਣਾ ਵੱਡੀ ਸੈਨਾ ਦੇ ਨਾਲ ਲੜ ਕੇ ਆਪਣੀ ਜਿੱਤ ਪ੍ਰਾਪਤ ਕਰਦੀ ਸਿਕੰਦਰ ਨੇ। ਤੇ ਕਿੰਨੀ ਅਜੀਬ ਗੱਲ ਹੈ ਕਿ 40 ਗੁਣਾ ਵੱਡੀ ਸੈਨਾ ਨੂੰ ਹਰਾਤਾ ਸਿਕੰਦਰ ਨੇ। ਇਹ ਸਭ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਹੈ। ਤੇ ਉਸ ਤੋਂ ਬਾਅਦ ਇਸ ਲੜਾਈ ਤੋਂ ਬਾਅਦ ਸਿਕੰਦਰ ਦਾ ਕੌਨਫੀਡੈਂਸ ਵੱਧ ਗਿਆ ਕਿ ਮੈਂ ਕੁਝ ਵੀ ਕਰ ਸਕਦਾ ਹਾਂ, ਪੂਰੀ ਦੁਨੀਆ ਤੇ ਰਾਜ ਕਰ ਸਕਦਾ ਹਾਂ। ਤੇ ਇਸੇ ਤਰ੍ਹਾਂ ਸਿਕੰਦਰ ਚੱਲਦਾ ਪੂਰੇ 10 ਸਾਲ ਪਹਿਲਾਂ ਇਹਨੇ ਆਪਣਾ ਇਲਾਕਾ ਜਿੱਤਿਆ, ਈਰਾਨ ਦਾ ਇਲਾਕਾ ਜਿੱਤਿਆ ਸਾਰਾ। ਤੇ ਉਸ ਤੋਂ ਬਾਅਦ ਇਹਨੇ ਟਾਰਗੇਟ ਕੀਤਾ ਇੰਡੀਆ ਦਾ, ਇੰਡੀਆ ਦੇ ਇਲਾਕੇ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ। ਇੰਡੀਆ ਦੇ ਵਿੱਚ ਟਾਰਗੇਟ ਕਰੇਗਾ ਤੇ ਸਭ ਤੋਂ ਪਹਿਲਾਂ ਇਹਨੂੰ ਆਉਣਾ ਪਏਗਾ ਪੰਜਾਬ ਦੇ ਏਰੀਏ ਦੇ ਵਿੱਚ, ਪੰਜਾਬ ਦੇ ਇਲਾਕੇ ਦੇ ਵਿੱਚ ਅਟੈਕ ਕਰੇਗਾ। ਕਿਉਂਕਿ ਹੁਣ ਤੱਕ ਜਿੰਨੇ ਵੀ ਅਟੈਕ ਹੋਏ ਨੇ ਆਪਣੇ ਇਸ ਪਾਰਟ ਤੋਂ ਹੋਏ ਨੇ, ਨਾਰਥ ਵੈਸਟ ਪਾਰਟ ਤੋਂ। ਇਹਦੇ ਬਾਰੇ ਆਪਾਂ ਪਿਛਲੀ ਕਲਾਸ ਦੇ ਵਿੱਚ ਦੱਸਿਆ ਸੀ, ਰੀਜ਼ਨ ਕੀ ਸੀ ਵੀ ਨੀਚੇ ਡਾਊਨ ਸਾਈਡ ਤੇ ਪਾਣੀ ਹੈ ਤੇ ਇੱਕ ਸਾਈਡ ਤੇ ਮਾਊਂਟੇਨ ਨੇ, ਤੇ ਇੱਕੋ ਇੱਕ ਰਸਤਾ ਵੱਜਦਾ ਨਾਰਥ ਵੈਸਟ ਵਾਲੀ ਸਾਈਡ ਦਾ, ਸਿੰਧ ਵਾਲਾ ਇਲਾਕਾ, ਪੰਜਾਬ ਵਾਲੇ ਇਲਾਕੇ ਪਾਸੇ ਅਟੈਕ ਹੋਣੇ ਸ਼ੁਰੂ ਹੋ ਗਏ। ਤੇ 321 ਬਿਫੋਰ ਕ੍ਰਾਈਸਟ ਦੇ ਵਿੱਚ ਪੰਜਾਬ ਦੇ ਉੱਤੇ ਅਟੈਕ ਕੀਤਾ, ਸਿੰਧ ਦੇ ਇਲਾਕੇ ਤੇ ਅਟੈਕ ਕੀਤਾ ਸਿਕੰਦਰ ਨੇ। ਇਸ ਟਾਈਮ ਤੇ ਇੱਕ ਰਾਜਾ ਸੀ ਜਿਹਦਾ ਨਾਮ ਸੀਗਾ ਅੰਬੀ ਨਾਮ ਦਾ ਰਾਜਾ ਸੀ, ਡਰਪੋਕ ਰਾਜਾ, ਮਹਾਂ ਡਰਪੋਕ ਨਲਾਇਕ ਰਾਜਾ, ਜਿਨੇ ਜਦੋਂ ਵੀ ਇਹਨੂੰ ਪਤਾ ਲੱਗਾ ਵੀ ਸਿਕੰਦਰ ਦਾ ਅਟੈਕ ਹੋ ਗਿਆ ਤੇ ਇਹਨੇ ਬਿਨਾਂ ਲੜੇ ਹੀ ਹਥਿਆਰ ਸਿੱਟ ਤੇ ਗੋਟੇ ਟੇਕ ਤੇ, ਜੇ ਮੈਂ ਕਹਿਣ ਦੀ ਗੱਲ ਵੀ ਹੱਥ ਖੜੇ ਕਰਤੇ, ਬਿਨਾਂ ਲੜੇ ਹੀ ਉਹਦੀ ਸਿਕੰਦਰ ਦੀ ਗੁਲਾਮੀ ਮਨਜ਼ੂਰ ਕਰ ਲਈ ਅੰਬੀ ਨੇ। ਤੇ ਉਸ ਤੋਂ ਅੱਗੇ ਇੱਕ ਰਾਜਾ ਹੁੰਦਾ ਆਪਣਾ, ਫਿਰ ਸਿਕੰਦਰ ਇਸ ਤੋਂ ਅੱਗੇ ਚੱਲਦਾ ਗਿਆ ਤੇ ਉਸ ਤੋਂ ਅੱਗੇ ਇੱਕ ਰਾਜਾ ਹੁੰਦਾ ਆਪਣਾ ਜਿਹਦਾ ਨਾਮ ਹੈ ਰਾਜਾ ਰਾਜਾ ਪੋਰਸ, ਬਹੁਤ ਹੀ ਬਹਾਦਰ ਤੇ ਬਹੁਤ ਹੀ ਸਮਝਦਾਰ ਰਾਜਾ। ਜਦੋਂ ਇਹਨੂੰ ਪਤਾ ਲੱਗਾ ਕਿ ਅੰਬੀ ਨੇ ਬਿਨਾਂ ਲੜੇ ਹੀ ਸਿਕੰਦਰ ਦੀ ਗੁਲਾਮੀ ਮਨਜ਼ੂਰ ਕਰ ਲਈ ਤੇ ਰਾਜਾ ਪੋਰਸ ਨੇ ਕਿਹਾ ਕਿ ਮੈਂ ਸਿਕੰਦਰ ਨਾਲ ਲੜਾਂਗਾ, ਮੈਂ ਤੱਕ ਮੈਂ ਜਿੰਦਾ ਸਿਕੰਦਰ ਮੇਰੇ ਏਰੀਏ 'ਚ ਐਂਟਰ ਨਹੀਂ ਕਰ ਸਕਦਾ, ਚਾਹੇ ਕਿੱਡਾ ਵੀ ਵੱਡਾ ਰਾਜਾ ਕਿਉਂ ਨਾ ਆਏ, ਮੈਂ ਉਹਦੇ ਨਾਲ ਲੜਾਂਗਾ। ਤੇ ਇਸੇ ਚੀਜ਼ ਨੂੰ ਦੇਖਦੇ ਹੋਏ ਰਾਜਾ ਪੋਰਸ ਆਪਣੇ ਏਰੀਏ ਨੂੰ ਛੱਡ ਕੇ ਥੋੜਾ ਜਿਹਾ ਅੱਗੇ ਵੱਧ ਕੇ ਝੇਲਮ ਦੇ ਕੰਢੇ ਤੇ, ਜਿਹਨੂੰ ਪੁਰਾਣੇ ਟਾਈਮ ਤੇ ਵਿਤਸਤਾ ਵੀ ਕਹਿੰਦੇ ਹਨ, ਵਿਤਸਤਾ ਵੀ ਕਿਹਾ ਗਿਆ, ਨਦੀ ਦਾ ਨਾਮ ਸੀ, ਉਸ ਨਦੀ ਦੇ ਕੰਢੇ ਤੇ ਚਲਾ ਗਿਆ। ਜਦੋਂ ਹੀ ਸਾਹਮਣੇ ਉਹ ਸਿਕੰਦਰ ਆਇਆ ਤਾਂ ਸਿਕੰਦਰ ਨੇ ਦੇਖਿਆ ਬਹੁਤ ਛੋਟੀ ਸੈਨਾ ਹੈ, ਤਾਂ ਸਿਕੰਦਰ ਨੇ ਕਿਹਾ ਰਾਜਾ ਤੂੰ ਲੜੇਗਾ ਪਰ ਮਰੇਗਾ ਜ਼ਰੂਰ। ਤੇ ਰਾਜਾ ਪੋਰਸ ਨੇ ਕਿਹਾ ਕਿ ਸਿਕੰਦਰ ਮੈਂ ਲੜਾਂਗਾ ਪਰ ਗੁਲਾਮੀ ਮਨਜ਼ੂਰ ਨਹੀਂ ਕਰਾਂਗਾ, ਮਰਨਾ ਮਨਜ਼ੂਰ ਹੈ, ਗੁਲਾਮੀ ਮਨਜ਼ੂਰ ਨਹੀਂ ਕਰਾਂਗਾ। ਇਸੇ ਕਰਕੇ ਰਾਜਾ ਤੇ ਸਿਕੰਦਰ ਦਾ ਯੁੱਧ ਹੋਇਆ, ਜਿਹਨੂੰ ਆਪਾਂ ਕਹਿੰਦੇ ਆ ਝੇਲਮ ਦਾ ਯੁੱਧ ਵੀ ਕਹਿ ਸਕਦੇ ਹਾਂ। ਤੇ ਇਹਦਾ ਇੱਕ ਨਾਮ ਹੈ ਵਿਤਸਤਾ ਦਾ ਯੁੱਧ ਵੀ ਕਹਿੰਦੇ ਆ। ਪੁਰਾਣੇ ਟਾਈਮ ਦੇ ਵਿੱਚ ਜਿਹੜੀ ਝੇਲਮ ਨਦੀ ਸੀ ਉਹਨੂੰ ਵਿਤਸਤਾ ਵੀ ਕਿਹਾ ਜਾਂਦਾ ਸੀ। ਤੇ ਵਿਦੇਸ਼ਾਂ ਦੇ ਲੋਕ ਇਹਨਾਂ ਨੂੰ ਹਾਈਡੈਸਪੀਸ ਦਾ ਯੁੱਧ ਵੀ ਕਹਿੰਦੇ ਨੇ, ਕਿਉਂਕਿ ਉਸ ਟਾਈਮ ਦੇ ਵਿੱਚ ਵਿਤਸਤਾ ਜਾਨੀ ਕਿ ਝੇਲਮ ਨਦੀ ਨੂੰ ਵੀ ਹਾਈਡੈਸਪੀਸ ਵੀ ਕਿਹਾ ਜਾਂਦਾ ਸੀਗਾ, ਇਸ ਕਰਕੇ ਇਸ ਯੁੱਧ ਦਾ ਨਾਮ ਹੈ ਹਾਈਡੈਸਪੀਸ। ਕੁਐਸਚਨ ਦੇ ਵਿੱਚ ਆ ਸਕਦਾ ਵੀ ਹਾਈਡੈਸਪੀਸ ਦਾ ਯੁੱਧ ਕਿਹਦੇ ਵਿੱਚ ਹੋਇਆ ਤੇ ਕਿੱਥੇ ਹੋਇਆ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਯਾਦ ਰੱਖਣਾ ਸਾਰਿਆਂ ਨੇ। ਤੇ ਲੜਾਈ ਸ਼ੁਰੂ ਹੋਈ ਤੇ ਕੁਝ ਹੀ ਸਮਾਂ ਲੜਾਈ ਚੱਲੀ, ਕਿਉਂਕਿ ਰਾਜਾ ਪੋਰਸ ਦੀ ਸੈਨਾ ਬਹੁਤ ਛੋਟੀ ਸੀ ਲੇਕਿਨ ਜਜ਼ਬਾ ਪੂਰਾ ਸੀ। ਇਸ ਦੇ ਵਿੱਚ ਰਾਜਾ ਪੋਰਸ ਦੀ ਹਾਰ ਹੋਈ। ਹਾਰਨ ਤੋਂ ਬਾਅਦ ਚੋਂ ਰਾਜਾ ਪੋਰਸ ਨੂੰ ਬੰਦੀ ਬਣਾ ਲਿਆ ਗਿਆ। ਤੇ ਉਸ ਟਾਈਮ ਤੇ ਇੱਕ ਟ੍ਰੈਂਡ ਸੀ, ਜਦੋਂ ਵੀ ਕੋਈ ਰਾਜਾ ਹਾਰ ਜਾਂਦਾ ਤੇ ਉਹਨੂੰ ਬੰਦੀ ਬਣਾ ਕੇ ਹੱਥ ਕੜੀਆਂ ਲਾ ਕੇ ਜਿੱਤੇ ਹੋਏ ਰਾਜੇ ਸਾਹਮਣੇ ਪੇਸ਼ ਕੀਤਾ ਜਾਂਦਾ ਤੇ ਉਸ ਦੀ ਗਰਦਨ ਕੱਟ ਦਿੱਤੀ ਜਾਂਦੀ। ਇਸੇ ਤਰ੍ਹਾਂ ਹੀ ਸੇਮ ਰਾਜਾ ਪੋਰਸ ਨੂੰ ਸਿਕੰਦਰ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਉਸ ਤੋਂ ਬਾਅਦ ਹੱਥ ਕੜੀਆਂ ਲੱਗੀਆਂ ਉਹਦੀਆਂ। ਤੇ ਸਿਕੰਦਰ ਨੇ ਪੁੱਛਿਆ ਰਾਜਾ ਪੋਰਸ ਤੈਨੂੰ ਪਹਿਲਾਂ ਹੀ ਪਤਾ ਸੀ ਕਿ ਤੂੰ ਹਾਰ ਜਾਏਗਾ, ਫਿਰ ਤੂੰ ਇਦਾਂ ਕਿਉਂ ਕੀਤਾ ਤੇ ਹੁਣ ਤੇਰੇ ਨਾਲ ਕੀ ਕੀਤਾ ਜਾਵੇ। ਤੇ ਰਾਜਾ ਪੋਰਸ ਲਗਾਤਾਰ ਸਿਕੰਦਰ ਵੱਲ ਘੂਰਦਾ ਰਿਹਾ, ਇੱਕ ਸੈਕਿੰਡ ਲਈ ਵੀ ਉਹਦੀ ਨਿਗਾਹ ਸਿਕੰਦਰ ਤੋਂ ਨਹੀਂ ਹਟੀ ਤੇ ਜਵਾਬ ਦਿੱਤਾ ਉਹੀ ਕਰ ਜੋ ਤੂੰ ਆਪਣੇ ਹਾਰੇ ਹੋਏ ਰਾਜੇ ਨਾਲ ਕਰਦਾ ਹੈ। ਇਸ ਗੱਲ ਤੋਂ ਸਿਕੰਦਰ ਕਿਤੇ ਨਾ ਕਿਤੇ ਇੰਪ੍ਰੈਸ ਹੋ ਗਿਆ ਉਤੋਂ, ਤੇ ਉਸ ਨੂੰ ਆਪਣਾ ਉਹ ਟਾਈਮ ਯਾਦ ਆਇਆ, ਆਪਣਾ ਪਿਛਲਾ ਉਹ ਸਮਾਂ ਯਾਦ ਆਇਆ ਜਦੋਂ ਦਾਰਾ ਥੜ ਦੇ ਨਾਲ ਲੜਿਆ ਸੀ, ਜਿਹਦੇ ਵਿੱਚ ਸਿਕੰਦਰ ਨੇ ਕਿਹਾ ਸੀ ਮੈਂ ਲੜਾਂਗਾ ਜ਼ਰੂਰ ਚਾਹੇ ਮਾਰਿਆ ਜਾਵਾਂ। ਇਹ ਸੇਮ ਵਿਲ ਪਾਵਰ ਰਾਜਾ ਪੋਰਸ ਨੇ ਸਿਕੰਦਰ ਦੇ ਸਾਹਮਣੇ ਵਿਖਾਈ ਤੇ ਰਾਜਾ ਸਿਕੰਦਰ ਇੰਪ੍ਰੈਸ ਹੋ ਗਿਆ ਤੇ ਕਹਿਣ ਲੱਗਾ ਤੂੰ ਇੱਕ ਕਾਬਿਲ ਰਾਜਾ ਹੈ, ਤੂੰ ਇਸ ਲਾਇਕ ਹੈ ਕਿ ਤੂੰ ਇੱਥੇ ਰਾਜ ਕਰ ਸਕੇ, ਇਸ ਕਰਕੇ ਮੈਂ ਤੇਰੇ ਏਰੀਏ ਤੇ ਝੰਡਾ ਨਹੀਂ ਫਹਰਾਵਾਂਗਾ। ਤੇ ਰਾਜਾ ਸਿਕੰਦਰ ਹੀ ਕੁਝ ਆਸ-ਪਾਸ ਦੇ ਏਰੀਏ, ਜਿਵੇਂ ਗੱਲ ਕਰੀਏ ਤਾਂ ਇੱਕ ਅੰਬੀ ਦਾ ਏਰੀਆ ਉਹ ਵੀ ਰਾਜਾ ਪੋਰਸ ਨੂੰ ਦੇ ਦਿੱਤਾ ਗਿਆ
ਤੇ ਉਸ ਤੋਂ ਇੰਪ੍ਰੈਸ ਹੋ ਕੇ ਅੱਗੇ ਚਲਾ ਗਿਆ ਤੇ ਇਸੇ ਤਰ੍ਹਾਂ ਸਿਕੰਦਰ ਨੇ ਪੰਜਾਬ ਦੇ ਕਈ ਪਾਰਟ ਨੂੰ ਆਪਣੇ ਅੰਡਰ ਕਰ ਲਿਆ ਤੇ 2 ਸ਼ਹਿਰਾਂ ਵਿੱਚ ਸਥਾਪਿਤ ਕਰ ਦਿੱਤਾ, ਜਿਹਦੇ ਵਿੱਚ ਉਸਨੇ ਆਪਣੇ ਸੈਨਿਕ ਐਜ਼ ਏ ਅਫਸਰ ਅਪਾਇੰਟ ਕਰ ਦਿੱਤੇ। ਤੇ ਉਸ ਤੋਂ ਬਾਅਦ ਦੇਖਦੇ ਹਾਂ ਕਿ 2 ਸਦੀਆਂ ਤੱਕ ਬੈਕਟਰੀਅਸ ਵਰਗੇ ਰਾਜਿਆਂ ਦਾ ਰਾਜ ਰਿਹਾ ਆਪਣੇ ਪੰਜਾਬ ਦੇ ਉੱਤੇ, ਉਹਨਾਂ ਦੇ ਅੰਡਰ ਪੰਜਾਬ ਰਿਹਾ। ਤੇ ਈਰਾਨ ਤੇ ਯੂਨਾਨ ਦੇ ਆਗਮਨ ਤੋਂ ਬਾਅਦ ਪੰਜਾਬ ਕਾਫੀ ਜ਼ਿਆਦਾ ਨੇੜੇ ਚਲਾ ਗਿਆ ਪੱਛਮੀ ਦੇਸ਼ਾਂ ਦੇ। ਇਹਨਾਂ ਦਾ ਕਲਚਰ ਕਾਫੀ ਜ਼ਿਆਦਾ ਮੈਚ ਕਰਨ ਲੱਗ ਗਿਆ ਆਪਸ ਦੇ ਵਿੱਚ, ਲੋਕ ਘੁਲ ਮਿਲ ਗਏ। ਕਈ ਜ਼ਿਆਦਾ ਈਰਾਨੀਆਂ ਤੇ ਯੂਨਾਨੀਆਂ ਬਸਤੀਆਂ ਜੋ ਕਿ ਪੰਜਾਬ ਦੇ ਵਿੱਚ ਬਣਨਾ ਸ਼ੁਰੂ ਹੋ ਗਈਆਂ ਐਜ਼ ਏ ਬਤੌਰ ਵਪਾਰੀ, ਸ਼ਿਲਪਕਾਰ ਤੇ ਹੋਰ ਕਈ ਕੰਮ ਕਰਨ ਵਾਲੇ ਲੋਕ ਵਸਣਾ ਸ਼ੁਰੂ ਹੋ ਗਏ, ਜਿਹਦੇ ਵਿੱਚ ਕਾਫੀ ਜ਼ਿਆਦਾ ਲੋਕ ਆਪਸ ਵਿੱਚ ਮਿਲ ਕੇ ਰਹਿਣਾ ਸ਼ੁਰੂ ਹੋ ਗਏ ਤੇ ਲੋਕ ਇੱਕ ਦੂਜੇ ਤੋਂ ਕਾਫੀ ਚੀਜ਼ਾਂ ਸਿੱਖੀਆਂ। ਜਿਵੇਂ ਆਪਾਂ ਗੱਲ ਕਰੀਏ ਤਾਂ ਯੂਨਾਨੀਆਂ ਨੇ ਭਾਰਤੀਆਂ ਤੋਂ ਧਰਮ ਤੇ ਤਰਕ ਸ਼ਾਸਤਰ ਦਾ ਗਿਆਨ ਲਿਆ ਤੇ ਭਾਰਤੀਆਂ ਨੇ ਉਹਨਾਂ ਤੋਂ ਟਕਸਾਲ ਕਲਾ ਤੇ ਖਗੋਲ ਵਿਦਿਆ ਦਾ ਗਿਆਨ ਲਿਆ। ਇਸੇ ਤਰ੍ਹਾਂ ਆਪਾਂ ਦੇਖਦੇ ਹਾਂ ਪੰਜਾਬ ਦੇ ਵਿੱਚ ਖੁਦਾਈ ਦੇ ਦੌਰਾਨ ਵੱਖ-ਵੱਖ ਜਗ੍ਹਾ ਤੋਂ ਯੂਨਾਨੀਆਂ ਦੇ ਸਿੱਕੇ ਮਿਲੇ ਹਨ, ਜਿਹੜਾ ਕਿ ਸਬੂਤ ਨੇ ਇਸ ਗੱਲ ਦਾ ਕਿ ਇਸ ਜਗ੍ਹਾ ਦੇ ਉੱਤੇ ਯੂਨਾਨੀ ਰਾਜ ਰਿਹਾ ਹੈ। ਤੇ ਇਹ ਸੀ ਮਿੱਤਰੋ ਆਪਣਾ ਈਰਾਨ ਤੇ ਯੂਨਾਨ ਦਾ ਆਗਮਨ। ਤੇ ਹੁਣ ਆਪਾਂ ਦੇਖਾਂਗੇ ਇਸ ਤੋਂ ਬਾਅਦ ਨੈਕਸਟ ਕਲਾਸ ਵਿੱਚ ਆਪਾਂ ਗੱਲ ਕਰਾਂਗੇ ਕਿਵੇਂ ਇਹਨਾਂ ਤੋਂ ਬਾਅਦ ਜਿਹੜਾ ਇਹ ਏਰੀਆ ਪੰਜਾਬ ਦਾ ਏਰੀਆ ਸੀ ਇਹਦੇ ਵਿੱਚ ਮੌਰਿਆ ਸਾਮਰਾਜ ਦਾ ਰਾਜ ਹੋਇਆ, ਉਹ ਆਪਾਂ ਨੈਕਸਟ ਕਲਾਸ ਦੇ ਵਿੱਚ ਗੱਲ ਕਰਾਂਗੇ। ਤੇ ਜੇ ਵੀਡੀਓ ਚੰਗੀ ਲੱਗੀ, ਕਲਾਸ ਚੰਗੀ ਲੱਗੀ ਤਾਂ ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ, ਇਹਦੇ ਨਾਲ ਹੀ ਸਾਨੂੰ ਮੋਟੀਵੇਟ ਮਿਲਦਾ ਦੋਸਤੋ। ਤੇ ਹੁਣ ਦਿਓ ਇਜਾਜ਼ਤ, ਧੰਨਵਾਦ।